नेहचलप्रीत कौर, स्कूल ननकाना साहिब, क्लास 8th क्लास। ਤੀਆਂ ਬਣਾਈ ਜਾ ਰਹੀਆਂ ਨੇ ਹਾਂਜੀ। ਕੀ ਕੀਤਾ ਤੀਆਂ ਦਾ? ਤੀਆਂ ਮਨਾਈ ਜਾ ਰਹੀਆਂ ਨੇ। ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਸਾਡੇ ਪੰਜਾਬੀ ਵਿਰਸੇ ਨਾਲ ਰੂਬਰੂ ਕੀਤਾ ਜਾ ਰਿਹਾ ਹੈ ਅਤੇ ਅਸੀਂ ਬਹੁਤ ਖੁਸ਼ ਹਾਂ। ਸਾਨੂੰ ਕਾਫੀ ਸਾਰੀਆਂ ਨਵੀਂ ਪੰਜਾਬੀ ਦੀਆਂ ਚੀਜ਼ਾਂ ਪਤਾ ਲੱਗੀਆਂ ਨੇ ਅਤੇ ਅਸੀਂ ਇਹ ਵੀ ਸਾਡਾ ਪ੍ਰਿੰਸੀਪਲ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ। ਅਸੀਂ ਸਕੂਲ ਸਾਰੇ ਸਟਾਫ ਮੈਂਬਰਸ ਦਾ ਧੰਨਵਾਦ ਕਰਦੇ ਹਾਂ ਅਤੇ ਅਸੀਂ ਆਸ਼ਾ ਕਰਦੇ ਹਾਂ ਵੀ ਇਸ ਸਾਲ ਤਰ੍ਹਾਂ ਹਰ ਸਾਲ ਅਸੀਂ ਇਹ ਮਨਾਵਾਂਗੇ ਅਤੇ ਇਸ ਸਾਲ ਬਹੁਤ ਵਧੀਆ ਹੋਏਗਾ। ਤੀਆਂ ਦੇ ਵਿੱਚ ਸੱਗੀ ਫੁੱਲ ਵੀ ਕੋਈ ਹੁੰਦਾ, ਸੱਗੀ ਫੁੱਲ ਕਿਹਨੂੰ ਕਹਿੰਦੇ ਪਤਾ ਕੁਛ? ਸੱਗੀ ਫੁੱਲ ਇਹਨੂੰ ਕਹਿੰਦੇ ਨੇ। ਇਹ ਪੰਜਾਬੀ ਵਿਰਸੇ ਤੋਂ ਚੱਲਦਾ ਆ ਰਿਹਾ ਅਤੇ ਅੱਜ ਕੱਲ੍ਹ ਮਤਲਬ ਕਿਸੇ ਵੀ ਤਿਉਹਾਰ ਵਿੱਚ ਕੋਈ ਨਹੀਂ ਲਾਉਂਦਾ, ਪਰ ਪੰਜਾਬੀ ਪੁਰਾਣੇ ਜ਼ਮਾਨੇ 'ਚ ਸਭ ਲਾਉਂਦੇ ਸੀ। ਸਾਨੂੰ ਵੀ ਹੁਣ ਪਤਾ ਲੱਗਿਆ ਵੀ ਇਹਨੂੰ ਲਾਇਆ ਜਾਂਦਾ ਹੈ। ਤੀਆਂ ਕਿਹਨੂੰ ਕਹਿੰਦੇ ਨੇ? ਤੀਆਂ ਕੁੜੀਆਂ ਦੇ ਤਿਉਹਾਰ ਨੂੰ ਕਹਿੰਦੇ ਹਨ ਜੋ ਸਾਵਣ ਦੇ ਮਹੀਨੇ 'ਚ ਲੱਗਿਆ ਜਾਂਦਾ ਹੈ। ਜੇ ਇੱਕ ਮਹੀਨਾ ਪੂਰੀ ਸਾਰੀਆਂ ਕੁੜੀਆਂ ਇਕੱਠੀਆਂ ਹੋ ਕੇ ਤ੍ਰਿੰਝਣਾ ਕਰਦੀਆਂ ਨੇ, ਲੋਕ ਗੀਤ ਕਰਦੀਆਂ ਨੇ, ਗਿੱਧਾ ਪਾਉਂਦੀਆਂ ਨੇ ਅਤੇ ਬਹੁਤ ਮਨੋਰੰਜਨ ਕਰਦੀਆਂ ਨੇ। ਬੋਲੀ ਆਉਂਦੀ ਹੈ ਕੋਈ? ਹਾਂਜੀ। ਸੁਣਾਓ। करके कदे हाँ करके कदे हाँ करके कदे मुटियारे लंबी बाह करके केड़ा दे दे नी मुटियारे लंबी बाह करके। ਕੀ ਨਾਮ ਬੇਟਾ? मेरा नाम गुरलीन कौर मांगट है तो मैं 12वीं जमात की विद्यार्थी हूँ। ਸਕੂਲ ਕਿਹੜਾ? ननकाना साहिब पब्लिक स्कूल समराला। ਤੀਆਂ ਬਣਾ ਰਹੇ ਹੋ, ਤੀਆਂ ਕੀ ਚੀਜ਼ ਹੁੰਦੀ ਹੈ ਪਤਾ ਕੁਛ ਇਹਦੇ ਬਾਰੇ? ਤੀਆਂ ਇੱਕ ਤਿਉਹਾਰ ਹੈ ਜਦੋਂ ਵਿਆਹੀਆਂ ਹੋਈਆਂ ਕੁੜੀਆਂ ਆਪਣੇ ਪੇਕਿਆਂ ਨੂੰ ਵਾਪਸ ਆਉਂਦੀਆਂ ਹਨ, ਆਪਣੀ ਸਹੇਲੀਆਂ, ਆਪਣੇ ਭੈਣ ਭਰਾਵਾਂ, ਰਿਸ਼ਤੇਦਾਰਾਂ ਨੂੰ ਮਿਲਦੀਆਂ ਹਨ ਅਤੇ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਹਨ। ਸਾਡੇ ਸਕੂਲ ਵਿੱਚ ਤੀਆਂ 'ਤੇ ਬਹੁਤ ਸਾਰੇ ਕੰਪੀਟੀਸ਼ਨ ਕੀਤੇ ਜਾਂਦੇ ਹਨ, ਜਿਵੇਂ ਕਿ ਗਿੱਧਾ, ਤਰਿੰਜਣ, ਮਹਿੰਦੀ, ਸੱਗੀ ਫੁੱਲ ਵਗੈਰਾ ਵਗੈਰਾ। ਤੁਸੀਂ ਅੱਜ ਕਿਸ ਚੀਜ਼ ਵਿੱਚ ਪਾਰਟਿਸਿਪੇਟ ਕੀਤਾ? ਤਰਿੰਜਣ ਗਿੱਧਾ। ਇਹ ਨਿਰੰਜਨ ਕੀ ਚੀਜ਼ ਹੈ? ਗਿੱਧਾ ਕਿਸ ਤਰ੍ਹਾਂ ਹੁੰਦਾ ਹੈ? ਤਰਿੰਜਣ ਵਿੱਚ ਸਾਰੀਆਂ ਕੁੜੀਆਂ ਮਿਲ ਕੇ ਬਹਿੰਦੀਆਂ ਹਨ। ਕੋਈ ਕੁੜੀ ਚਰਖਾ ਕੱਤਦੀ ਹੈ, ਕੋਈ ਫੁਲਕਾਰੀ ਕੱਢਦੀ ਹੈ, ਕੋਈ ਚਾਦਰਾਂ ਕੱਢਦੀ ਹੈ, ਕੁੜੀਆਂ ਖੇਡਦੀਆਂ ਹਨ ਅਤੇ ਗਿੱਧਾ ਵੀ ਪਾਇਆ ਜਾਂਦਾ ਹੈ। ਕੀ ਲੱਗਦਾ ਇਹੋ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਨੇ? ਹਾਂਜੀ, ਇਹੋ ਜਿਹੇ ਪ੍ਰੋਗਰਾਮ ਜ਼ਰੂਰ ਹੋਣੇ ਚਾਹੀਦੇ ਹਨ ਕਿਉਂਕਿ ਇਹ ਪ੍ਰੋਗਰਾਮ ਸਾਨੂੰ ਸਾਡੇ ਵਿਰਸੇ ਨਾਲ ਜੋੜਦੇ ਹਨ ਅਤੇ ਸਾਨੂੰ ਪੰਜਾਬੀ ਸੱਭਿਆਚਾਰ ਬਾਰੇ ਜਾਣਕਾਰੀ ਦਿੰਦੇ ਹਨ। ਹਾਂਜੀ ਸਰ, ਕੀ ਨਾਮ ਜੀ? मेरा नाम मालिंदर सिंह, प्रिंसीपल ननकाना साहब पब्लिक स्कूल समराला। ਸਰ, ਤੀਆਂ ਦਾ ਇੱਕ ਪ੍ਰੋਗਰਾਮ ਰੱਖਿਆ ਗਿਆ ਸਕੂਲ ਦੇ ਵਿੱਚ, ਇਹਦੇ ਵਿੱਚ ਕਿਹੜੇ ਕਿਹੜੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਤੇ ਕੀ ਪ੍ਰੋਗਰਾਮ ਸੀ? ਸਭ ਤੋਂ ਪਹਿਲੇ ਮੈਂ ਸਾਰਿਆਂ ਨੂੰ ਤੀਆਂ ਦੇ ਤਿਉਹਾਰ ਦੇ ਆਪਣੇ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿਉਂਕਿ ਪੰਜਾਬੀ ਸੱਭਿਆਚਾਰ ਦਾ ਇਹ ਬਹੁਤ ਹੀ ਉਤਸ਼ਾਹ ਭਰਿਆ ਇੱਕ ਤਿਉਹਾਰ ਹੁੰਦਾ ਹੈ ਜੋ ਕਿ ਅੱਜ ਕੱਲ੍ਹ ਅਜੋਕੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਰਹਿ ਰਿਹਾ ਹੈ। ਉਸ ਚੀਜ਼ ਨੂੰ ਅਸੀਂ ਪ੍ਰਫੁੱਲਿਤ ਕਰਨ ਲਈ ਬੱਚਿਆਂ ਨੂੰ ਵਿਰਸੇ ਦੇ ਬਾਰੇ, ਸੱਭਿਆਚਾਰ ਦੇ ਬਾਰੇ ਜਾਣਕਾਰੀ ਦੇਣ ਲਈ ਅਸੀਂ ਹਰ ਸਾਲ ਇਹ ਤਿਉਹਾਰ ਜਿਹੜਾ ਹੈ ਆਪਣੇ ਸਕੂਲ ਦੇ ਵਿੱਚ ਮਨਾਉਂਦੇ ਹਾਂ। ਇਹ ਜਿਹੜਾ ਤਿਉਹਾਰ ਹੈ ਇਹ ਨਰਸਰੀ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਦੇ ਲਈ ਸਪੈਸ਼ਲ ਰੱਖਿਆ ਜਾਂਦਾ ਹੈ, ਜਿਸ ਵਿੱਚ ਸਾਰੇ ਪੰਜਾਬੀ ਵਿਰਸੇ ਨੂੰ ਅਸੀਂ ਦੁਬਾਰਾ ਜੀਵਤ ਕਰਦੇ ਹਾਂ। ਇਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਨੇ ਪੰਜਾਬੀ ਸੱਭਿਆਚਾਰ ਦੇ ਮੁਤਾਬਿਕ ਜਿਹੜੇ ਨੇ ਅਸੀਂ ਮੁਕਾਬਲੇ ਕਰਵਾਏ ਜਾਂਦੇ ਨੇ, ਜਿਸ ਵਿੱਚ ਸਾਰਾ ਪੰਜਾਬੀ ਜਿਸ ਤਰ੍ਹਾਂ ਗਿੱਧਾ ਅਤੇ ਹੋਰ ਇਸ ਦੇ ਵਿੱਚ ਸਪੈਸ਼ਲ ਆਈਟਮਸ ਜਿਹੜੀਆਂ ਨੇ ਬੱਚਿਆਂ ਲਈ ਕਰਾਈਆਂ ਜਾਂਦੀਆਂ ਨੇ ਅਤੇ ਬੱਚੇ ਇਸ ਨੂੰ ਬੱਚੀਆਂ ਜਿਹੜੀਆਂ ਨੇ ਬੜੇ ਚਾਅ ਦੇ ਨਾਲ ਇਸ ਨੂੰ ਸਾਰੇ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਲਈ ਆਪਣੀ ਪੁਰਜ਼ੋਰ ਜਿਹੜੀ ਹੈਗੀ ਹੈ ਆਪਣੀ ਮਿਹਨਤ ਦਾ ਜਿਹੜਾ ਹੈ ਇਸ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ। ਅਤੇ ਮੈਂ ਅੱਗੇ ਵੀ ਬੇਨਤੀ ਕਰਦਾ ਕਿ ਸਾਰੇ ਜਿਹੜੇ ਹੈਗੇ ਆ ਇਸ ਪੰਜਾਬੀ ਵਿਰਸੇ ਨੂੰ ਅੱਗੇ ਲੈ ਕੇ ਜਾਣ ਦੇ ਲਈ ਸਾਨੂੰ ਹਮੇਸ਼ਾ ਇਹ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਦੇ ਨਾਲ ਮਨਾਉਣਾ ਚਾਹੀਦਾ ਹੈ। ਹਾਂਜੀ, ਕੀ ਨਾਮ ਜੀ? ਮੇਰਾ ਨਾਮ ਗੁਰਪ੍ਰੀਤ ਕੌਰ ਹੈ। ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਦੀ ਮੈਂ ਟੀਚਰ ਹਾਂ ਅਤੇ ਅੱਜ ਅਸੀਂ ਤੀਆਂ ਦਾ ਤਿਉਹਾਰ ਮਨਾ ਰਹੇ ਹਾਂ। ਸਭ ਨੂੰ ਪਤਾ ਹੀ ਹੈ ਕਿ ਅੱਜ ਸਾਉਣ ਦਾ ਮਹੀਨਾ ਚੜ੍ਹ ਗਿਆ। ਸਾਉਣ ਦੇ ਮਹੀਨੇ ਦੇ ਵਿੱਚ ਤੀਆਂ ਦਾ ਪੰਜਾਬ ਦੇ ਵਿੱਚ ਬਹੁਤ ਮਹੱਤਵ ਹੈ। ਵੈਸੇ ਤਾਂ ਇਹ ਤੀਜ ਦੇ ਨਾਮ 'ਤੇ ਹੋਰ ਜਗ੍ਹਾ 'ਤੇ ਵੀ ਮਨਾਈਆਂ ਜਾਂਦੀਆਂ, ਪਰ ਪੰਜਾਬ 'ਚ ਬਹੁਤ ਵੱਧ ਚੜ੍ਹ ਕੇ ਮਨਾਈ ਜਾਂਦੀਆਂ। ਇਹਨਾਂ ਦਾ ਮਨਾਉਣ ਦਾ ਮੁੱਖ ਕਾਰਨ ਇਹ ਹੈ ਕਿ ਜਦੋਂ ਕੁੜੀਆਂ ਆਪਣੇ ਸਹੁਰੇ ਘਰ ਹੁੰਦੀਆਂ ਸੀ, ਐਂ ਨਹੀਂ ਹੁੰਦਾ ਸੀ ਕਿ ਜਿਵੇਂ ਹੁਣ ਜਦੋਂ ਵੀ ਚਾਹੁੰਦੀਆਂ ਆਪਣੇ ਪੇਕੇ ਘਰ ਚਲੀਆਂ ਜਾਂਦੀਆਂ ਸੀ। ਇੱਕ ਖਾਸ ਤਿੱਥ ਤਿਉਹਾਰ 'ਤੇ ਜਾਂ ਕਿਸੇ ਮੌਕੇ 'ਤੇ ਭੇਜਿਆ ਜਾਂਦਾ ਸੀ। ਪਹਿਲਾ ਸਾਵਣ ਜਿਹੜਾ ਉਹਦੇ ਵਿਆਹ ਤੋਂ ਬਾਅਦ ਆਉਂਦਾ ਸੀ, ਉਹਨੂੰ ਖਾਸ ਕਰਕੇ ਮੰਨਿਆ ਜਾਂਦਾ ਸੀ ਕਿ ਉਸ ਵੇਲੇ ਉਹ ਆਪਣਾ ਸਾਵਣ ਦਾ ਮਹੀਨਾ ਆਪਣੇ ਪੇਕੇ ਘਰ ਮਨਾਊਗੀ ਅਤੇ ਉਹ ਪੇਕੇ ਘਰ ਆਉਂਦੀ ਸੀ। ਆਪਣੇ ਦਿਲ ਦੇ ਹਾਵ ਭਾਵ, ਆਪਣੇ ਦਿਲ ਦੀਆਂ ਗੱਲਾਂ, ਜੋ ਸਹੁਰੇ ਘਰ ਦੀਆਂ ਕੋਈ ਮੁਸ਼ਕਲਾਂ ਜਾਂ ਫਿਰ ਕੋਈ ਹਸੀ ਮਜ਼ਾਕ ਠਠੋਲੀ, ਉਹ ਸਭ ਉਹ ਇਕੱਠੀਆਂ ਹੋ ਕੇ ਕੁੜੀਆਂ ਫਿਰ ਗਿੱਧੇ ਦੇ ਰੂਪ ਵਿੱਚ, ਬੋਲੀਆਂ ਦੇ ਰੂਪ ਵਿੱਚ ਆਪਣੇ ਜਿਹੜੇ ਮਨ ਦੇ ਭਾਵ ਇੱਕ ਦੂਜੇ ਨੂੰ ਅੱਗੇ ਰੱਖਦੀਆਂ ਸਨ ਅਤੇ ਆਪਣੇ ਦਿਲ ਹੌਲੇ ਕਰਦੀਆਂ ਸਨ। ਅਤੇ ਇਹ ਜਿਹੜਾ ਗਿੱਧਾ ਪਾਉਂਦੀਆਂ ਸੀ, ਨਾਲ ਪੀਂਘਾਂ ਝੂਟਦੀਆਂ ਸੀ, ਨਾਲ ਖੀਰ ਪੂੜੇ, ਮਾਲ ਪੂੜੇ ਬਣਾ ਕੇ ਖਾਣੇ। ਅਤੇ ਇਹਦਾ ਮੁੱਖ ਕਾਰਨ ਇਹ ਸੀ ਕਿ ਆਪਣੇ ਦਿਲ ਦੇ ਜਿਹੜੇ ਗੁਬਾਰ ਨੇ ਉਹਨਾਂ ਨੂੰ ਕੱਢ ਲੈਣ
ਤੇ ਦਿਲ ਹੌਲਾ ਹੋ ਜਾਵੇ। ਇਹਦੇ ਨਾਲ ਇੱਕ ਤਾਂ ਮਨ ਖੁਸ਼ ਹੋ ਜਾਂਦਾ ਤੇ ਦੂਸਰਾ ਤਰੋ ਤਾਜ਼ਗੀ ਆ ਜਾਂਦੀ ਹੈ। ਇਸੇ ਲਈ ਕਿਹਾ ਜਾਂਦਾ ਤੀਆਂ ਤੀਜ ਦੀਆਂ ਭਾਦੋਂ ਚੰਦਰੀ ਵਿਛੋੜੇ ਪਾਵੇ। ਮੈਡਮ ਇੱਕ ਸੱਗੀ ਫੁੱਲ ਹੁੰਦਾ, ਸੱਗੀ ਫੁੱਲ ਬਾਰੇ ਕੀ ਕਹਿੰਦੇ, ਕੀ ਹੁੰਦਾ ਉਹ? ਹਾਂਜੀ, ਸੱਗੀ ਫੁੱਲ ਸਿਰ ਤੇ ਸਜਾਇਆ ਜਾਂਦਾ, ਇੱਕ ਤਾਜ ਦੀ ਤਰ੍ਹਾਂ ਹੁੰਦਾ ਇੱਕ ਵਿਆਹੁਤਾ ਨਾਰੀ ਦੇ ਲਈ। ਤੇ ਇਹ ਪਹਿਲਾਂ ਸੋਨੇ ਦੇ ਸੱਗੀ ਫੁੱਲ ਬਣਾਏ ਜਾਂਦੇ ਸੀ। ਆਮ ਤੌਰ ਤੇ ਲੇਡੀਜ਼ ਇਹਨਾਂ ਨੂੰ ਪਾ ਕੇ ਰੱਖਦੀਆਂ ਸੀ, ਪਰ ਹੁਣ ਇਹ ਕਿਸੇ ਨਾ ਕਿਸੇ ਜਦੋਂ ਅਸੀਂ ਜ਼ਿਆਦਾ ਵੈਸਟਰਨ ਕਲਚਰ ਨੂੰ ਅਸੀਂ ਅਪਣਾਉਣ ਲੱਗ ਗਏ ਤਾਂ ਸਾਡੇ ਇਹ ਪੁਰਾਤਨ ਜਿਹੜੇ ਜਿੰਨੇ ਵੀ ਗਹਿਣੇ ਨੇ ਇਹ ਅਲੋਪ ਹੁੰਦੇ ਜਾਂਦੇ ਨੇ। ਇਹਨਾਂ ਨੂੰ ਫਿਰ ਤੋਂ ਲੋਕਾਂ ਦੇ ਵਿੱਚ ਲਿਆਉਣ ਦੇ ਲਈ, ਨਵੀਂ ਪੀੜ੍ਹੀ ਨੂੰ ਇਹਦੇ ਬਾਰੇ ਵਿੱਚ ਦੱਸਣ ਦੇ ਲਈ ਫਿਰ ਤੋਂ ਸੱਗੀ ਫੁੱਲ ਲਾਉਣ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਤੇ ਇਹ ਤੀਜ ਦੇ ਦਿਨ ਤਾਂ ਖਾਸ ਕਰਕੇ ਲਾਏ ਜਾਂਦੇ ਨੇ। ਫੁਲਕਾਰੀ ਵੀ ਲੈਂਦੇ ਜਾਂਦੇ ਨੇ, ਫੁਲਕਾਰੀ। ਹਾਂਜੀ, ਫੁਲਕਾਰੀ ਬਾਰੇ ਹਾਂਜੀ, ਫੁਲਕਾਰੀ ਇਹਦੇ ਵਿੱਚ ਬਾਗ ਵੀ ਹੁੰਦਾ, ਫੁਲਕਾਰੀ ਵੀ ਹੁੰਦੀ ਹੈ। ਤੇ ਇਹ ਪਹਿਲਾਂ ਤਾਂ ਜਿਹੜਾ ਖੱਦਰ ਦੇ ਕੱਪੜੇ ਦੇ ਉੱਤੇ ਪੂਰਾ ਮੜ ਕੇ ਜਿਹੜਾ ਕਢਾਈ ਕੀਤੀ ਜਾਂਦੀ ਸੀਗੀ ਉਹਨੂੰ ਬਾਗ ਕਹਿੰਦੇ ਆ। ਤੇ ਇੱਕ ਥੋੜੀ ਹਲਕੀ ਹੁੰਦੀ ਆ ਜਿਹਦੇ ਵਿੱਚ ਚੁੰਨੀ ਦਿਖਾਈ ਦਿੰਦੀ ਆ, ਉਹਨੂੰ ਫੁਲਕਾਰੀ ਕਹਿੰਦੇ ਆ। ਤੇ ਫੁਲਕਾਰੀ ਵੀ ਸੁਹਾਗਣਾ ਦਾ ਇੱਕ ਖਾਸ ਚਿੰਨ੍ਹ ਮੰਨਿਆ ਜਾਂਦਾ। ਜਦੋਂ ਅਸੀਂ ਕਿਸੇ ਨੂੰ ਸ਼ਗਨ ਪਾਉਂਦੇ ਆ ਪਹਿਲੀ ਵਾਰ ਤਾਂ ਉਦੋਂ ਅਸੀਂ ਹੁਣ ਵੀ ਅਸੀਂ ਫੁਲਕਾਰੀ ਉਹਦੇ ਉੱਤੇ ਦੇ ਕੇ ਉਹਦਾ ਅਸੀਂ ਇਹ ਸ਼ੋਅ ਕਰਦੇ ਹਾਂ ਵੀ ਇਹ ਹੁਣ ਇੱਕ ਪਤੀ ਵਾਲੀ ਹੋ ਗਈ ਹੈ। ਠੀਕ ਹੈ, ਥੈਂਕ ਯੂ। ਚਲੋ ਸਾਹਿਬ, ਸਕੂਲ ਦੇ ਵਿੱਚ ਤੀਆਂ ਦਾ ਫੰਕਸ਼ਨ ਕੀਤਾ ਗਿਆ ਤੇ ਕਿਸ ਤਰ੍ਹਾਂ ਲੱਗਾ? ਅੱਜ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਵਿੱਚ ਤੀਆਂ ਪ੍ਰੋਗਰਾਮ ਜੋ ਸਾਡੇ ਪ੍ਰਿੰਸੀਪਲ ਸਾਹਿਬ ਨੇ ਮਲਿੰਦਰ ਸਿੰਘ ਜੀ, ਉਹਨਾਂ ਦੇ ਜਦੋਂ ਦੀ ਰਹਿਨੁਮਾਈ ਸਾਂਭੀ ਹੈ ਉਸ ਤੋਂ ਬਾਅਦ ਅਸੀਂ ਕੇਵਲ ਐਜੂਕੇਸ਼ਨ ਦੇ ਉੱਤੇ ਨਹੀਂ, ਬੱਚੇ ਦੀ ਓਵਰਆਲ ਡਿਵੈਲਪਮੈਂਟ 'ਤੇ ਫੋਕਸ ਕਰ ਰਹੇ ਹਾਂ। ਉਸ ਦੇ ਤਹਿਤ ਹੀ, ਕਿਉਂਕਿ ਇੱਕ ਆਪਣਾ ਕਲਚਰਲ ਪ੍ਰੋਗਰਾਮ, ਆਪਣਾ ਸੱਭਿਆਚਾਰ ਨਾਲ ਜੁੜਿਆ ਹੋਇਆ ਚੀਜ਼ਾਂ ਨੇ, ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਵਿੱਚ ਕੰਪੀਟੀਸ਼ਨ ਕਰਾਇਆ ਗਿਆ। ਹਰ ਇੱਕ ਬੱਚੇ ਨੂੰ ਇਨਾਮ ਦਿੱਤੇ ਗਏ ਤਾਂ ਕਿ ਬੱਚੇ ਸੈਲਫ ਕੌਨਫੀਡੈਂਸ ਆਪਣਾ ਕਾਇਮ ਰੱਖਣ ਅਤੇ ਅਜਿਹੇ ਜਿਹੜੇ ਪ੍ਰੋਗਰਾਮ ਉਹ 'ਚ ਪਾਰਟਿਸਿਪੇਟ ਕਰਕੇ ਆਪਣੀ ਡਿਵੈਲਪਮੈਂਟ ਕਰ ਸਕਣ। ਸੋ ਇੱਕ ਬਹੁਤ ਵਧੀਆ ਉਪਰਾਲਾ ਸਕੂਲ ਦੀ ਮੈਨੇਜਮੈਂਟ ਵੱਲੋਂ ਤੇ ਸਕੂਲ ਦੇ ਸਟਾਫ ਵੱਲੋਂ ਕੀਤਾ ਗਿਆ। ਇਸ ਲਈ ਮੈਂ ਸਾਰਿਆਂ ਨੂੰ ਇਸ ਮੌਕੇ 'ਤੇ ਜਿਹੜੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ, ਜਿਹੜੇ ਜਿੱਤੇ ਨੇ ਉਹਨਾਂ ਨੂੰ ਵੀ, ਜਾਂ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਨਹੀਂ ਪੋਜੀਸ਼ਨਾਂ ਆਈਆਂ ਕੰਪੀਟੀਸ਼ਨ ਦੇ ਵਿੱਚ ਪਾਰਟ ਲੈਣ ਦੇ ਲਈ ਵੀ, ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਜਿਵੇਂ ਕਿ ਤੁਸੀਂ ਫੰਕਸ਼ਨ ਵੀ ਅਟੈਂਡ ਕੀਤਾ, ਕਿਸ ਤਰ੍ਹਾਂ ਲੱਗਿਆ ਵੀ ਕਿਹੜੀ ਚੀਜ਼ ਹੈ ਜਿਹੜੀ ਲੋਪ ਹੋ ਰਹੀ ਹੈ ਤੇ ਬੱਚੇ ਹੁਣ ਉਹ ਚੀਜ਼ ਵੱਲ ਜ਼ਿਆਦਾ ਰੁਝਾਨ ਦਿਖਾ ਰਹੇ ਨੇ? ਦੇਖੋ, ਜਿਹੜੀ ਤੀਆਂ ਦਾ ਤਿਉਹਾਰ ਸੀ, ਪੁਰਾਤਨ ਚੱਲਿਆ ਆ ਰਿਹਾ ਤੇ ਜਦੋਂ ਆਪਾਂ ਬੱਚਾ ਇੱਕ ਪੜ੍ਹਦਾ ਸਕੂਲ ਦੇ ਵਿੱਚ, ਉਹਦੇ ਬੇਸ ਦੇ ਵਿੱਚ ਆਪਾਂ ਅਜਿਹੇ ਕਲਚਰਲ ਐਕਟੀਵਿਟੀਜ਼ ਪਾਉਂਦੇ ਹਾਂ, ਜਿਵੇਂ ਗਿੱਧਾ ਪਾਉਣਾ ਜਾਂ ਹੋਰ ਜਿਹੜੇ ਕਲਚਰ ਐਕਟੀਵਿਟੀਆਂ ਜਿਹੜੀਆਂ, ਜਾਂ ਡਰੈਸਿੰਗ ਸੈਂਸ ਨੂੰ ਲੈ ਕੇ ਗੱਲ ਕਰ ਲਓ, ਕੱਪੜੇ ਜਿਹੜੇ ਪਾ ਰਹੇ ਹਾਂ ਆਪਾਂ, ਜੇ ਪੁਰਾਤਨ ਜੋ ਸਾਡਾ ਵਿਰਸਾ ਸੀ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਬਹੁਤ ਵਧੀਆ ਉਪਰਾਲਾ, ਕਿਉਂਕਿ ਕੇਵਲ ਕਿਤਾਬਾਂ ਦੇ ਵਿੱਚੋਂ ਗਿਆਨ ਲੈਣ ਦੇ ਨਾਲੋਂ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਸਾਡੀਆਂ ਜੜ੍ਹਾਂ ਕਿੱਥੇ ਨੇ, ਅਸੀਂ ਕਿੱਥੋਂ ਚੱਲੇ ਸੀ। ਸੋ ਓਵਰਆਲ ਡਿਵੈਲਪਮੈਂਟ ਨੂੰ ਲੈ ਕੇ, ਜਿਵੇਂ ਹੁਣ ਨਨਕਾਣਾ ਸਾਹਿਬ ਪਬਲਿਕ ਸਕੂਲ ਪੜ੍ਹਾਈ ਦੇ ਵਿੱਚ ਤੁਸੀਂ ਦੇਖਿਆ ਪਿਛਲੇ ਸਮੇਂ 'ਚ ਬਹੁਤ ਵਧੀਆ ਰਿਜ਼ਲਟ ਆਏ ਨੇ। ਕਲਚਰ ਐਕਟੀਵਿਟੀਜ਼ ਤੁਸੀਂ ਹੁਣ ਦੇਖ ਰਹੇ ਹੋ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸਪੋਰਟਸ ਦੇ ਵਿੱਚ ਵੀ ਇਹ ਆਪਣੇ ਇਸ ਏਰੀਏ ਦੀ ਨੰਬਰ 1 ਇੰਸਟੀਚਿਊਟ ਬਣ ਕੇ ਨਿਕਲੂਗਾ। ਜਿਹੜੇ ਫੰਕਸ਼ਨ ਸੀ ਅੱਜ ਜਿਹਨੂੰ ਤੁਸੀਂ ਦੇਖਿਆ, ਕੀ ਕਹਿਣਾ ਚਾਹੁੰਦੇ ਸਟਾਫ ਨੂੰ ਜਿਹੜਾ ਨੇ ਆਰਗੇਨਾਈਜ਼ ਕੀਤਾ? ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਡੇ ਸਟਾਫ ਦਾ, ਸਾਡੇ ਪ੍ਰਿੰਸੀਪਲ ਸਾਹਿਬ ਦਾ, ਸਮੁੱਚੀ ਟੀਮ ਦਾ, ਜਿਨ੍ਹਾਂ ਦੇ ਸਾਥ ਸਹਿਯੋਗ ਨਾਲ ਹੋਇਆ, ਤੇ ਖਾਸ ਕਰ ਬੱਚਿਆਂ ਦਾ ਜਿਨ੍ਹਾਂ ਨੇ ਆਪ ਇੰਟਰਸਟ ਲਿਆ। ਤੇ ਅੱਗੇ ਵੀ ਹੁਣ ਕੰਮ ਹੋਣਗੇ, ਕਿਉਂਕਿ ਇੱਕ ਨਾ ਨਵੀਂ ਜਿਹੜੇ ਪ੍ਰਿੰਸੀਪਲ ਸਾਹਿਬ ਦੀ ਜਿਹੜੇ ਦਿਸ਼ਾ ਨਿਰਦੇਸ਼ ਜਿਹੜੇ ਅਸੀਂ ਹੁਣ ਓਵਰਆਲ ਡਿਵੈਲਪਮੈਂਟ ਦੀ ਗੱਲ ਇੱਥੇ ਕਰ ਰਹੇ ਹਾਂ, ਉਹਨੂੰ ਅਮਲੀ ਜਾਮਾ ਪਹੁੰਚਾਉਣ ਲਈ ਇਹ ਪਹਿਲਾ ਕਦਮ ਸੀ। ਪਹਿਲਾ ਪ੍ਰੋਗਰਾਮ ਸਾਡੇ ਵੱਲੋਂ ਇਹ ਉਲੀਕਿਆ ਗਿਆ ਸੀ, ਵੱਡਾ ਪ੍ਰੋਗਰਾਮ, ਜਦੋਂ ਦੇ ਸਾਡੇ ਨਵੇਂ ਪ੍ਰਿੰਸੀਪਲ ਸਾਹਿਬ ਨੇ, ਮਲਿੰਦਰ ਜੀ ਨੇ ਇਹ ਚਾਰਜ ਇੱਥੇ ਸੰਭਿਆ। ਤੇ ਆਉਣ ਵਾਲੇ ਸਮੇਂ 'ਚ ਅਸੀਂ ਹਰੇਕ ਤਰ੍ਹਾਂ ਦੀ ਕਲਚਰ ਐਕਟੀਵਿਟੀ, ਧਾਰਮਿਕ ਐਜੂਕੇਸ਼ਨ, ਸਪੋਰਟਸ ਐਜੂਕੇਸ਼ਨ ਤੇ ਐਕੈਡੈਮਿਕ ਦੇ ਵਿੱਚ ਟੌਪ ਇੰਸਟੀਚਿਊਟ ਆਉਣ ਵਾਲੇ ਦਿਨਾਂ 'ਚ ਨਨਕਾਣਾ ਸਾਹਿਬ ਇਸ ਹਲਕੇ ਦੀ ਬਣੂਗਾ। ਥੈਂਕ ਯੂ। ਬਾਜਵਾ ਸਾਹਿਬ, ਅੱਜ ਸਕੂਲ 'ਚ ਫੰਕਸ਼ਨ ਰੱਖਿਆ ਗਿਆ ਸੀ ਇਹਨਾਂ ਦਾ, ਤੁਸੀਂ ਦੇਖਿਆ ਗਿਆ, ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਤਾਂ ਮੈਂ ਸਾਰਿਆਂ ਨੂੰ ਫਤਿਹ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਸਾਡੇ ਸਰੋਤੇ, ਜਿਹੜੇ ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਉਹਨਾਂ ਨੂੰ ਜਿੱਥੇ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਸਕੂਲ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ, ਜਿਹੜਾ ਕਿ ਨਨਕਾਣਾ ਸਾਹਿਬ ਟਰੱਸਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਬਣਾਇਆ ਹੋਇਆ, ਉਹਦੇ ਤਹਿਤ ਚੱਲਦਾ। ਔਰ ਇੱਥੇ ਬੱਚੇ ਦੀ ਡਿਵੈਲਪਮੈਂਟ ਦੇ ਲਈ, ਚਾਹੇ ਉਹ ਅਕੈਡਮਿਕ ਆ, ਚਾਹੇ ਉਹ ਧਾਰਮਿਕ ਹੈ, ਚਾਹੇ ਉਹ ਸੱਭਿਆਚਾਰਕ ਆ, ਇਹਦੇ ਲਈ ਪੂਰਨ ਤੌਰ 'ਤੇ ਅਸੀਂ ਸਮੇਂ-ਸਮੇਂ 'ਤੇ ਪ੍ਰੋਗਰਾਮ ਕਰਾਉਂਦੇ ਹਾਂ। ਔਰ ਇਸੇ ਲੜੀ ਦੇ ਤਹਿਤ ਅੱਜ ਅਸੀਂ ਇੱਥੇ ਤੀਆਂ ਦੇ ਨਾਮ ਥੱਲੇ ਅੱਜ ਇਹ ਪ੍ਰੋਗਰਾਮ ਤੀਆਂ ਦਾ ਕਰਵਾਇਆ। ਔਰ ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਅਥਾਹ ਖੁਸ਼ੀ ਹੈ, ਔਰ ਨਾਲ ਦੀ ਨਾਲ ਜਿਹੜਾ ਸਾਡਾ ਸਟਾਫ ਹੈ ਉਹ ਵੀ ਪੂਰਨ ਉਤਸ਼ਾਹ ਦੇ ਨਾਲ
ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰ ਰਿਹਾ ਹੈ। ਇਹ ਤਾਂ ਹੀ ਸੰਭਵ ਹੋ ਸਕਿਆ ਕਿਉਂਕਿ ਥੋੜ੍ਹੇ ਦਿਨ ਹੋਏ ਪਹਿਲਾਂ ਪਿਛਲੇ ਸਮੇਂ ਤੋਂ ਅਸੀਂ ਥੋੜ੍ਹਾ ਮੈਨੇਜਮੈਂਟ ਦੇ ਵਿੱਚ ਵੀ ਤਬਦੀਲੀਆਂ ਕੀਤੀਆਂ, ਜਿਹਦੇ ਵਿੱਚ ਸਰਦਾਰ ਪਰਮਜੀਤ ਸਿੰਘ ਢਿੱਲੋਂ ਨੂੰ ਅਸੀਂ ਇੱਥੇ ਐਡੀਸ਼ਨਲ ਸੈਕਟਰੀ ਲਾਇਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਔਰ ਮੈਨੂੰ ਸੀਨੀਅਰ ਮੀਤ ਪ੍ਰਧਾਨ ਦੀ ਸੇਵਾ ਸੌਂਪੀ ਗਈ। ਅਤੇ ਨਾਲ ਦੀ ਨਾਲ ਹੀ ਸਾਡੇ ਪਿਛਲੇ ਪ੍ਰਿੰਸੀਪਲ ਸੀ ਜਿਹੜੇ ਮੈਡਮ ਰੇਵਾ ਟੰਡਨ ਜੀ, ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਸਾਡੇ ਕੋਲ ਬਹੁਤ ਹੀ ਐਕਸਪੀਰੀਅੰਸਡ, ਜਿਨ੍ਹਾਂ ਦਾ ਕਿ ਲੰਬਾ ਸਮਾਂ ਪੜ੍ਹਾਈ ਕਰਵਾਉਣ ਦਾ ਐਕਸਪੀਰੀਅੰਸ ਹੈ, ਮੈਥ ਦੇ ਬਹੁਤ ਵਧੀਆ ਟੀਚਰ ਨੇ ਲੁਧਿਆਣੇ ਦੇ ਸਰਦਾਰ ਮਾਲਿੰਦਰ ਸਿੰਘ, ਉਹਨਾਂ ਨੇ ਆ ਕੇ ਇੱਥੇ ਐਜ਼ ਏ ਪ੍ਰਿੰਸੀਪਲ ਸੇਵਾ ਸੰਭਾਲੀ ਹੈ। ਔਰ ਇਹਨਾਂ ਦੀ ਸੇਵਾ ਸੰਭਾਲਣ ਤੋਂ ਬਾਅਦ ਮੈਂ ਦੇਖ ਰਿਹਾ ਕਿ ਸਕੂਲ ਦੇ ਵਿੱਚ ਬੜੀਆਂ ਤਬਦੀਲੀਆਂ ਆਈਆਂ, ਔਰ ਉਹ ਤਬਦੀਲੀਆਂ ਬੱਚੇ ਦੀ ਜਿਹੜੀ ਸ਼ਖਸੀਅਤ ਨੂੰ ਨਿਖਾਰਨ ਦੇ ਵਿੱਚ ਵੱਡਾ ਯੋਗਦਾਨ ਪਾ ਰਹੀਆਂ ਨੇ। ਪਿਛਲੇ ਦਿਨ ਅਸੀਂ ਥੋੜ੍ਹੇ ਦਿਨ ਹੋਏ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਬਚਿੱਤਰ ਸਿੰਘ ਜੀ ਬੱਚਿਆਂ ਨੂੰ ਪੂਰਾ ਉਸ ਸ਼ਹੀਦੀ ਦੇ ਚਾਨਣਾ ਪਾ ਕੇ ਗਏ, ਔਰ ਬੱਚਿਆਂ ਨੂੰ ਜਿਹੜੀ ਧਾਰਮਿਕ ਸਿੱਖਿਆ ਦੇ ਲਈ ਵੀ ਮੈਂ ਸਮਝਦਾ ਉਸ ਦੇ ਨਾਲ ਸੇਧ ਮਿਲਦੀ ਹੈ। ਔਰ ਉਸੇ ਲੜੀ ਦੇ ਤਹਿਤ ਸਾਡਾ ਬੁੱਧਵਾਰ ਨੂੰ ਆ ਜਿਹੜਾ ਹੁਣ ਬੁੱਧਵਾਰ ਲੰਘ ਕੇ ਗਿਆ, ਉੱਧਰ ਛੋਟੇ ਬੱਚਿਆਂ ਦਾ ਪ੍ਰੋਗਰਾਮ ਸੀ, ਤਾਂ ਕਿ ਛੋਟੇ ਬੱਚੇ ਵੀ ਆਪਣੇ ਇਸ ਸੱਭਿਆਚਾਰ ਦੇ ਨਾਲ ਜੁੜਨ। ਉਹਨਾਂ ਤੋਂ ਵੀ ਵੱਖ-ਵੱਖ ਐਕਟੀਵਿਟੀਜ਼ ਕਰਾ ਕੇ ਉਹਨਾਂ ਨੂੰ ਵੀ ਥੋੜ੍ਹੇ ਦਿਨ ਹੋਏ ਬੁੱਧਵਾਰ ਨੂੰ ਸਨਮਾਨਿਤ ਕੀਤਾ ਗਿਆ। ਔਰ ਉਸ ਦਿਨ ਵੀ ਮੈਂ ਦੇਖਿਆ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਉਹ ਐਡਾ ਪ੍ਰੋਗਰਾਮ ਸਾਡਾ ਸਫਲ ਹੋਇਆ ਕਿ ਇੰਨਾ ਬੱਚਿਆਂ ਨੇ ਖੁਸ਼ੀ ਮਨਾਈ ਉਸ ਗੱਲ ਦੀ, ਕਿਉਂਕਿ ਲੰਬੇ ਸਮੇਂ ਬਾਅਦ ਸਕੂਲ ਦੇ ਵਿੱਚ ਰੌਣਕਾਂ ਪਰਤੀਆਂ। ਕੋਵਿਡ ਦਾ ਸਮਾਂ ਲੰਘਿਆ, ਬੜਾ ਸਾਰਾ ਕੰਮ ਮੋਬਾਈਲ ਫੋਨਾਂ 'ਤੇ ਹੋਣ ਲੱਗ ਗਿਆ, ਪੜ੍ਹਾਈ ਵੀ ਮੋਬਾਈਲਾਂ 'ਤੇ ਹੋਈ। ਉਸ ਤੋਂ ਬਾਅਦ ਜਦੋਂ ਹੁਣ ਸਕੂਲ ਖੁੱਲ੍ਹਿਆ ਤਾਂ ਇਹੋ ਜਿਹੇ ਪ੍ਰੋਗਰਾਮ ਮੈਂ ਸਮਝਦਾ ਹੋਣੇ ਅਤੀ ਜ਼ਰੂਰੀ ਨੇ। ਖਾਸ ਤੌਰ 'ਤੇ ਆਹ ਜਿਹੜਾ ਪ੍ਰੋਗਰਾਮ ਤੀਆਂ ਦਾ ਹੈ, ਮੈਂ ਦੇਖਦਾ ਕਿ ਇਸ ਦੇ ਵਿੱਚ ਇਕੱਲਾ ਤੀਆਂ ਉਹਨਾਂ ਦੀਆਂ ਖੁਸ਼ੀਆਂ ਦਾ ਜਿਹੜਾ ਵਰਣਨ ਹੈ ਉਹੀ ਨਹੀਂ ਕੀਤਾ। ਸਕੂਲ ਦੇ ਵਿੱਚ ਵੱਖ-ਵੱਖ ਐਗਜੀਬਿਸ਼ਨਸ ਲਾਈਆਂ ਨੇ, ਚਾਹੇ ਉਹ ਕੱਢਣਾ ਹੈ, ਚਾਹੇ ਉਹ ਬੁਣਨਾ ਹੈ, ਚਾਹੇ ਵੇਸਟ ਮਟੀਰੀਅਲ ਤੋਂ ਸਮਾਨ ਬਣਾ ਕੇ ਪੇਸ਼ ਕਰਨਾ ਹੈ, ਚਾਹੇ ਹੋਰ ਜਿਹੜੀਆਂ ਚੀਜ਼ਾਂ ਨੇ ਜਿਵੇਂ ਘੜਾ, ਪੁਰਾਤਨ ਸਾਡੀਆਂ ਚੀਜ਼ਾਂ, ਸਾਡੀ ਆਪਣੀ ਘੜਾ ਹੋ ਗਿਆ, ਚਰਖਾ ਹੋ ਗਿਆ, ਅਜਿਹੀਆਂ ਪੁਰਾਤਨ ਚੀਜ਼ਾਂ ਸਾਰੀਆਂ ਦੀ ਇੱਥੇ ਐਗਜੀਬਿਸ਼ਨ ਲਾਈ ਗਈ ਹੈ, ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਵੀ ਸਾਡੇ ਬਜ਼ੁਰਗ ਕਿਹੋ ਜਿਹੇ ਦੌਰ ਦੇ ਵਿੱਚੋਂ ਲੰਘ ਕੇ ਅੱਜ ਅਸੀਂ ਡਿਜੀਟਲ ਦੌਰ ਦੇ ਵਿੱਚ ਪਹੁੰਚੇ ਹੋਏ ਹਾਂ। ਇਹ ਸਮੇਂ-ਸਮੇਂ 'ਤੇ ਮੈਂ ਸਮਝਦਾ ਬੱਚਿਆਂ ਨੂੰ ਯਾਦ ਕਰਾਉਣਾ ਅਤੀ ਜ਼ਰੂਰੀ ਹੈ, ਤਾਂ ਕਿ ਉਹ ਇੱਦਾਂ ਦੀਆਂ ਗੱਲਾਂ ਦੇ ਨਾਲ ਬੱਚੇ ਦੀ ਜਿਹੜੀ ਸ਼ਖਸੀਅਤ ਦੇ ਵਿੱਚ ਓਵਰਆਲ ਨਿਖਾਰ ਹੁੰਦਾ। ਜਿਵੇਂ ਕਿ ਮੇਰੇ ਤੋਂ ਪਹਿਲਾਂ ਸਰਦਾਰ ਪਰਮਜੀਤ ਸਿੰਘ ਹੋਰਾਂ ਨੇ ਦੱਸਿਆ ਕਿ ਇਹਦੇ ਨਾਲ ਜਿਹੜੀ ਡਿਵੈਲਪਮੈਂਟ ਬੱਚੇ ਦੀ ਹੋਣੀ ਹੈ ਓਵਰਆਲ ਹੋਣੀ ਹੈ। ਪੜ੍ਹਾਈ ਦੇ ਵਿੱਚ ਤਾਂ ਕਿਤਾਬ ਪੜ੍ਹ ਲਈ, ਉਹਦਾ ਰਿਜ਼ਲਟ ਅਸੀਂ ਹਰ ਸਾਲ ਦੇਖਦੇ ਹਾਂ, ਪਰ ਜਿਹੜੀਆਂ ਐਸੀਆਂ ਸੱਭਿਆਚਾਰਕ ਗਤੀਵਿਧੀਆਂ ਜਾਂ ਧਾਰਮਿਕ ਗਤੀਵਿਧੀਆਂ, ਇਹਨਾਂ ਦਾ ਜਿਹੜਾ ਰਿਜ਼ਲਟ ਆ ਉਹ ਜਦੋਂ ਕਿਤੇ ਜਾ ਕੇ ਕੰਪੀਟੀਸ਼ਨ 'ਚ ਖੜੂਗਾ ਸਾਡਾ ਬੱਚਾ, ਉਦੋਂ ਦਿਖਾਊਗਾ। ਹਾਂ, ਇਹਨਾਂ ਦਾ ਫੰਕਸ਼ਨ ਕਰਨ ਦਾ ਸਾਰਾ ਮੇਨ ਮੋਟਿਵ ਹੈ ਬੱਚਿਆਂ ਦੀ ਸ਼ਖਸੀਅਤ ਨੂੰ ਨਿਖਾਰਨਾ, ਉਹਨਾਂ ਦੇ ਕਰੈਕਟਰ ਨੂੰ ਡਿਵੈਲਪ ਕਰਨਾ। ਇਹ ਸਾਡਾ ਇੱਥੇ ਦਾ ਮੈਨੇਜਮੈਂਟ ਦਾ ਮੁੱਖ ਮੰਤਵ ਹੈ, ਔਰ ਇਸੇ ਲੜੀ ਦੇ ਤਹਿਤ ਅਸੀਂ ਪ੍ਰੋਗਰਾਮ ਸਮੇਂ-ਸਮੇਂ 'ਤੇ ਕਰਵਾਉਂਦੇ ਵੀ ਰਹਿਣਾ। ਔਰ ਇਸੇ ਲੜੀ ਦੇ ਨਾਲ ਅਸੀਂ ਇਸ ਸਕੂਲ ਨੂੰ, ਨਨਕਾਣਾ ਸਾਹਿਬ ਪਬਲਿਕ ਸਕੂਲ ਨੂੰ ਸਮਰਾਲੇ ਦੀ ਨੰਬਰ 1 ਸੰਸਥਾ ਬਣਾ ਕੇ ਸਾਹ ਲਵਾਂਗੇ। ਇਹ ਸਾਡੇ ਸਮਰਾਲੇ ਦੇ ਲੋਕਾਂ ਨਾਲ, ਸਾਡੇ ਇਲਾਕਾ ਨਿਵਾਸੀਆਂ ਨਾਲ ਵਾਅਦਾ। ਔਰ ਮੈਂ ਆਸ ਕਰਦਾ ਕਿ ਉਹਨਾਂ ਦਾ ਸਹਿਯੋਗ ਵੀ ਜਿਵੇਂ ਅੱਜ ਸਾਨੂੰ ਉਹਨਾਂ ਦਾ ਸਹਿਯੋਗ ਮਿਲ ਰਿਹਾ, ਐਸੇ ਤਰ੍ਹਾਂ ਆਉਣ ਵਾਲੇ ਸਮੇਂ 'ਚ ਵੀ ਸਾਡੀ ਮੈਨੇਜਮੈਂਟ ਬੜੀ ਸਿਆਣੀ ਆ, ਸਾਰੇ ਮੈਨੇਜਮੈਂਟ ਦੇ ਮੈਂਬਰ ਬਹੁਤ ਸਿਆਣੇ ਅਤੇ ਪੜ੍ਹੇ ਲਿਖੇ ਨੇ ਔਰ ਹਮੇਸ਼ਾ ਸਹਿਯੋਗ ਦਿੰਦੇ ਨੇ। ਐਸੇ ਤਰ੍ਹਾਂ ਇਲਾਕਾ ਵੀ ਸਾਨੂੰ ਸਹਿਯੋਗ ਦੇ ਕੇ ਇਸ ਸੰਸਥਾ ਨੂੰ ਉੱਤੇ ਲਿਜਾਣ ਦੇ ਵਿੱਚ ਯੋਗਦਾਨ ਪਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।